ਸਤਿ ਸ਼੍ਰੀ ਅਕਾਲ ਦੋਸਤੋ, ਜੀਕੇ ਫੈਕਟਸ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਇਸ ਚੈਨਲ ਦੇ ਉੱਤੇ ਤੁਹਾਨੂੰ ਪਟਵਾਰੀ ਦੇ ਪੇਪਰ ਦੀ ਰੈਗੂਲਰ ਤਿਆਰੀ ਕਰਵਾ ਰਹੇ ਹਾਂ ਤੇ ਰੋਜ਼ਾਨਾ ਉਸੇ ਦੇ ਸਨਮੁਖ ਵੀਡੀਓ ਪਾਉਂਦੇ ਹਾਂ। ਤਾਂ ਦੋਸਤੋ, ਅੱਜ ਆਪਾਂ ਫੇਰ ਇੰਡੀਅਨ ਪੋਲਿਟੀ ਸਬਜੈਕਟ ਜੋ ਕਿ ਤੁਹਾਡੇ ਸਿਲੇਬਸ ਦੇ ਵਿੱਚ ਜੀਕੇ ਦੇ ਫਾਰਮ ਦੇ ਵਿੱਚ ਦਿੱਤਾ ਹੋਇਆ, ਜੀਕੇ ਦਾ ਪਾਰਟ ਆ, ਤਾਂ ਉਸ ਦੇ 4-5 ਟੌਪਿਕ ਜੋ ਉਹਨਾਂ ਦਾ ਮਿਕਸਚਰ ਆਪਾਂ ਅੱਜ 20 ਪ੍ਰਸ਼ਨ ਲੈ ਕੇ ਆਏ ਆ ਉਹਨਾਂ ਦੇ ਮਿਕਸਚਰ ਚੋਂ, ਜੋ 4-5 ਟੌਪਿਕ ਦਿੱਤੇ ਹੋਏ ਇੰਡੀਅਨ ਪੋਲਿਟੀ ਦੇ ਤੁਹਾਡੇ ਸਿਲੇਬਸ 'ਚ। ਦੋਸਤੋ, ਅੱਜ ਆਪਾਂ ਉਹੀ ਤੁਹਾਡੇ ਨਾਲ ਡਿਸਕਸ ਕਰਾਂਗੇ। ਵੀ ਆਪਾਂ ਇੰਗਲਿਸ਼ ਦੇ ਵਿੱਚ ਕੁਐਸਚਨ ਲੈ ਕੇ ਆਏ, ਤੁਹਾਨੂੰ ਪੰਜਾਬੀ ਦੇ ਵਿੱਚ ਸਾਰੇ ਕੁਐਸਚਨ ਸਮਝਾਏ ਜਾਣਗੇ ਦੋਸਤੋ। ਤੇ ਕਈਆਂ ਦੀ ਰਿਕੁਐਸਟ ਆਈ ਸੀ ਕਿ ਪੰਜਾਬੀ ਦੇ ਵਿੱਚ ਡਾਟਾ ਬਣਾਇਆ ਜਾਵੇ, ਕਈ ਕਹਿੰਦੇ ਆ ਇੰਗਲਿਸ਼ 'ਚ ਡਾਟਾ ਬਣਾਇਆ ਜਾਵੇ। ਸੋ ਦੋਸਤੋ, ਮੈਂ ਸੋਚਿਆ ਸੀ ਵੀ ਇੰਗਲਿਸ਼ ਦੇ ਵਿੱਚ ਮੈਂ ਡਾਟਾ ਬਣਾ ਦਿੰਦਾ ਤੇ ਪੰਜਾਬੀ ਦੇ ਵਿੱਚ ਮੈਂ ਸਮਝਾ ਦਿਆ ਕਰਾਂਗਾ। ਤੇ ਉਹਨਾਂ ਸਾਰਿਆਂ ਨੂੰ ਰਿਕੁਐਸਟ ਹੈ ਕਿ ਵੀਡੀਓ ਧਿਆਨ ਨਾਲ ਦੇਖੋ ਤੇ ਉਹਨਾਂ ਨੂੰ ਸਮਝ ਈਜ਼ੀਲੀ ਆ ਜਾਵੇਗਾ। ਤੇ ਦੋਸਤੋ, ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕੁਐਸਟ ਹੈ, ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਉਹ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣ। ਪਹਿਲਾ ਪ੍ਰਸ਼ਨ ਹੈ ਦੋਸਤੋ, ਵਿਚ ਆਫ ਦਾ ਫੋਲੋਇੰਗ ਫੀਚਰ ਆਫ ਦੀ ਫੈਡਰਲਿਜ਼ਮ ਇਜ਼ ਨਾਟ ਫਾਊਂਡ ਇਨ ਦੀ ਇੰਡੀਅਨ ਕੌਨਸਟੀਟਿਊਸ਼ਨ। ਕਹਿੰਦੇ ਇਹਨਾਂ ਦੇ ਵਿੱਚੋਂ ਕਿਹੜਾ ਫੈਡਰਲਿਜ਼ਮ ਦਾ ਫੀਚਰ ਆ ਜਿਹੜਾ ਕਿ ਭਾਰਤੀ ਸੰਵਿਧਾਨ ਦੇ ਵਿੱਚ ਨਹੀਂ ਹੈਗਾ। ਤਾਂ ਦੋਸਤੋ, ਉਹ ਹੈਗਾ ਡੂਅਲ ਜੁਡੀਸ਼ਰੀ। ਡੂਅਲ ਜੁਡੀਸ਼ਰੀ ਆਪਣੇ ਭਾਰਤੀ ਸੰਵਿਧਾਨ ਦੇ ਵਿੱਚ ਇਹ ਆਪਣੇ ਭਾਰਤੀ ਸੰਵਿਧਾਨ ਦੇ ਵਿੱਚ ਨਹੀਂ ਹੈਗਾ। ਬਾਕੀ ਦੇ ਸਾਰੇ ਰਿਟਨ ਕੌਨਸਟੀਟਿਊਸ਼ਨ ਵੀ ਆਪਣਾ ਭਾਰਤੀ ਸੰਵਿਧਾਨ ਲਿਖਿਆ ਹੋਇਆ, ਮਤਲਬ ਕਿ ਇੰਡੀਪੈਂਡੈਂਟ ਜੁਡੀਸ਼ਰੀ ਹੈ ਇਹਦੇ ਵਿੱਚ। ਇਹ ਮਤਲਬ ਜੁਡੀਸ਼ਰੀ ਇੰਡੀਪੈਂਡੈਂਟ ਆ, ਕੋਈ ਵੀ ਜੁਡੀਸ਼ੀਅਲ ਰਿਵਿਊ ਲੈ ਸਕਦੀ ਹੈ ਅਗਰ ਕੋਈ ਸਰਕਾਰ ਮਤਲਬ ਕਿ ਜਿਵੇਂ ਫੰਡਾਮੈਂਟਲ ਰਾਈਟਸ ਦੇ ਅਗੇਂਸਟ ਕੁਛ ਅਮੈਂਡਮੈਂਟ ਕਰਦੀ ਹੈ ਜਾਂ ਕੁਛ ਵੀ ਇੱਦਾਂ ਦਾ ਅਮੈਂਡਮੈਂਟ ਕਰਦੀ ਜਿੰਨਾ ਕਿਸੇ ਨੂੰ ਦਿੱਕਤ ਹੋਵੇ, ਜਾਂ ਕੋਈ ਵੀ ਮਤਲਬ ਕਿ ਇੱਥੇ ਸਾਰਾ ਕੁਛ ਉਰੇ ਪਾਰਲੀਮੈਂਟ ਆ। ਤਾਂ ਦੋਸਤੋ, ਇਹ ਸਾਰੀਆਂ ਚੀਜ਼ਾਂ ਮਤਲਬ ਕਿ ਕਵਰ ਹੁੰਦੀਆਂ ਆਪਣੇ ਇਹਦੇ ਵਿੱਚ ਭਾਰਤੀ ਸੰਵਿਧਾਨ ਦੇ ਵਿੱਚ, ਬਟ ਡੂਅਲ ਜੁਡੀਸ਼ਰੀ ਕਵਰ ਨਹੀਂ ਹੁੰਦੀ। ਠੀਕ ਹੈ ਨਾ, ਇੰਡੀਪੈਂਡੈਂਟ ਜੁਡੀਸ਼ਰੀ ਆਪਣੇ। ਅੱਗੇ ਗੱਲ ਕਰਦੇ ਹਾਂ ਦੋਸਤੋ, ਇਹ ਸਵਾਲ ਦਾ ਮਤਲਬ ਸਹੀ ਉੱਤਰ ਸੀ ਆਪਸ਼ਨ ਸੀ। ਠੀਕ ਹੈ ਨਾ, ਯਾਦ ਰੱਖਣਾ। ਅੱਗੇ ਪ੍ਰਸ਼ਨ ਦੂਜਾ, ਦਾ ਪ੍ਰਾਈਮ ਮਿਨਿਸਟਰ ਆਫ ਇੰਡੀਆ ਇਜ਼। ਪ੍ਰਾਈਮ ਮਿਨਿਸਟਰ ਆਫ ਇੰਡੀਆ ਕਹਿੰਦੇ ਕਿਸ ਦੁਆਰਾ ਇਲੈਕਟ ਕੀਤਾ ਜਾਂਦਾ? ਇਲੈਕਟਡ ਬਾਈ ਦਾ ਦੋਸਤੋ ਲੋਕ ਸਭਾ। ਠੀਕ ਹੈ ਨਾ, ਮੈਜੋਰਟੀ ਪਾਰਟੀ ਇਨ ਦਾ ਲੋਕ ਸਭਾ। ਇਲੈਕਟਡ ਬਾਈ ਦਾ ਮੈਜੋਰਟੀ ਪਾਰਟੀ ਇਨ ਦਾ ਲੋਕ ਸਭਾ। ਜਦ ਲੋਕ ਸਭਾ ਦੇ ਇਲੈਕਸ਼ਨ ਹੁੰਦੇ ਆ ਤਾਂ ਲੋਕ ਸਭਾ ਦੇ ਵਿੱਚ ਜਿਸ ਦੀਆਂ ਸੀਟਾਂ ਜ਼ਿਆਦਾ ਹੋ ਜਾਂਦੀਆਂ, ਜੋ ਜ਼ਿਆਦਾ ਜਿੱਤ ਜਾਂਦਾ, ਮਤਲਬ ਕਿ ਅੱਧ ਤੋਂ ਜ਼ਿਆਦਾ ਸੀਟਾਂ ਹੁੰਦੀਆਂ ਨਾ, ਜਿਵੇਂ ਜਿੰਨੀਆਂ ਸੀਟਾਂ ਦਾ ਮਤਲਬ ਮੈਜੋਰਟੀ ਆ ਜਾਂਦੀ ਹੈ ਲੋਕ ਸਭਾ ਦੇ ਵਿੱਚ। ਠੀਕ ਹੈ ਨਾ, ਉਹ ਪਾਰਟੀ ਆਪਣਾ ਪ੍ਰਾਈਮ ਮਿਨਿਸਟਰ ਇਲੈਕਟ ਕਰ ਪਾਉਂਦੀ ਹੈ। ਠੀਕ ਹੈ ਨਾ, ਉਹਦਾ ਹੀ ਪ੍ਰਧਾਨ ਮੰਤਰੀ ਬਣਦਾ ਉਹ ਪਾਰਟੀ ਦਾ। ਠੀਕ ਹੈ ਨਾ। ਅੱਗੇ ਗੱਲ ਕਰਦੇ ਹਾਂ ਪ੍ਰਸ਼ਨ ਤੀਜਾ, ਵਿਚ ਆਫ ਦਾ ਫੋਲੋਇੰਗ ਪ੍ਰੈਜ਼ੀਡੈਂਟ ਹੈਲਡ ਦੀ ਆਫਿਸ ਆਫ ਦਾ ਸਪੀਕਰ ਆਫ ਦਾ ਲੋਕ ਸਭਾ ਬਿਫੋਰ ਆਕੂਪਾਈਂਗ ਦੀ ਆਫਿਸ ਆਫ ਦਾ ਪ੍ਰੈਜ਼ੀਡੈਂਟ। ਕਹਿੰਦੇ ਇਹਨਾਂ ਦੇ ਵਿੱਚੋਂ ਕਿਹੜੇ ਰਾਸ਼ਟਰਪਤੀ ਸਾਹਿਬ ਨੇ ਜੋ ਪਹਿਲਾਂ ਲੋਕ ਸਭਾ ਦੇ ਸਪੀਕਰ ਰਹੇ ਸੀ ਫਿਰ ਪ੍ਰੈਜ਼ੀਡੈਂਟ ਬਣੇ ਸੀ? ਤਾਂ ਦੋਸਤੋ, ਉਹ ਹੈਗੇ ਸੀ ਸੰਜੀਵਾ ਰੈਡੀ। ਸੰਜੀਵਾ ਰੈਡੀ ਜੀ ਪਹਿਲਾਂ ਲੋਕ ਸਭਾ ਦੇ ਸਪੀਕਰ ਬਣੇ ਸੀ, ਫਿਰ ਉਸ ਤੋਂ ਬਾਅਦ ਉਹਨਾਂ ਨੂੰ ਪ੍ਰੈਜ਼ੀਡੈਂਟ ਅਪਾਇੰਟ ਕੀਤਾ ਗਿਆ ਸੀ। ਅੱਗੇ ਗੱਲ ਕਰਦੇ ਹਾਂ, ਪ੍ਰਸ਼ਨ ਆ ਗਿਆ ਅਗਲਾ, ਡੈਮੋਕ੍ਰੇਟਿਕ ਡੀਸੈਂਟਰਲਾਈਜੇਸ਼ਨ ਇਨ ਇੰਡੀਆ ਮੀਨਸ। ਕਹਿੰਦੇ ਡੈਮੋਕ੍ਰੇਸੀ ਦਾ ਡੀਸੈਂਟਰਲਾਈਜੇਸ਼ਨ ਇੰਡੀਆ ਦੇ ਵਿੱਚ ਕਦੋਂ ਹੋਇਆ? ਤਾਂ ਦੋਸਤੋ, ਜਦੋਂ ਪੰਚਾਇਤੀ ਰਾਜ ਦੀ ਸਥਾਪਨਾ ਹੋਈ, ਐਸਟੈਬਲਿਸ਼ਮੈਂਟ ਆਫ ਪੰਚਾਇਤੀ ਰਾਜ, ਉਦੋਂ ਡੈਮੋਕ੍ਰੇਸੀ ਦਾ ਡੀਸੈਂਟਰਲਾਈਜੇਸ਼ਨ ਹੋ ਗਿਆ। ਠੀਕ ਹੈ ਨਾ, ਮਤਲਬ ਡੈਮੋਕ੍ਰੇਸੀ ਆਪਣੇ ਲੋਅਰ ਲੈਵਲ 'ਚ ਵੀ ਆ ਗਈ, ਮਤਲਬ ਕਿ ਪੰਚਾਇਤ ਦੇ ਸਿਸਟਮ ਤੋਂ ਸ਼ੁਰੂ ਹੋ ਗਏ, ਮਤਲਬ ਇਹ ਆਪਣਾ ਸਾਰਾ ਕੁਛ ਪੰਚਾਇਤੀ ਸਿਸਟਮ ਸ਼ੁਰੂ ਹੋ ਗਿਆ। ਅੱਗੇ ਗੱਲ ਕਰਦੇ ਹਾਂ, ਇਹ ਨੋਮੀਨੇਟਡ ਮੈਂਬਰ ਆਫ ਪਾਰਲੀਮੈਂਟ ਸ਼ੈਲ ਬੀ ਡਿਸਕੁਆਲੀਫਾਈਡ ਟੂ ਕੰਟੀਨਿਊਸ ਦੀ ਮੈਂਬਰ ਆਫ ਪਾਰਲੀਮੈਂਟ ਇਫ ਸੱਚ ਮੈਂਬਰ ਜੁਆਇਨਸ ਅ ਪੋਲੀਟੀਕਲ ਪਾਰਟੀ ਆਫਟਰ ਅ ਪੀਰੀਅਡ ਆਫ। ਕਹਿੰਦੇ ਇਹ ਪ੍ਰਸ਼ਨ ਦੇ ਵਿੱਚ ਇਹ ਕਿਹਾ ਗਿਆ ਹੈ, ਜਿਹੜੇ ਰਾਸ਼ਟਰਪਤੀ ਮੈਂਬਰ ਆਫ ਪਾਰਲੀਮੈਂਟ ਨੋਮੀਨੇਟ ਕਰਦਾ ਹੈ, ਰਾਸ਼ਟਰਪਤੀ ਸਾਹਿਬ ਆਪਣੇ ਮੈਂਬਰ ਆਫ ਪਾਰਲੀਮੈਂਟ MP ਨੂੰ ਨੋਮੀਨੇਟ ਕਰਦੇ ਆ, ਉਹਨਾਂ ਕੋਲ ਅਧਿਕਾਰ ਹੁੰਦਾ। ਤਾਂ ਜੇਕਰ ਉਹ ਮੈਂਬਰ ਆਫ ਪਾਰਲੀਮੈਂਟ, ਮੰਨ ਲਓ 2 ਮੈਂਬਰ ਆਫ ਪਾਰਲੀਮੈਂਟ ਹੈ, ਇਹ ਰਾਸ਼ਟਰਪਤੀ ਸਾਹਿਬ ਨੇ ਅਪੁਆਇੰਟ ਕੀਤੇ, ਅਤੇ ਜੇਕਰ ਇਹ ਦੋਨੋਂ ਮੈਂਬਰ ਆਫ ਪਾਰਲੀਮੈਂਟ ਕਿਸੇ ਪਾਰਟੀ ਨੂੰ ਜੁਆਇਨ ਕਰ ਲੈਂਦੇ ਆ, ਠੀਕ ਹੈ ਨਾ, ਕਿਸੇ ਵੀ ਪਾਰਟੀ ਨੂੰ, A ਪਾਰਟੀ ਨੂੰ ਮੰਨ ਲਓ ਇਹਨਾਂ ਨੇ ਜੁਆਇਨ ਕਰ ਲਿਆ, ਤਾਂ ਦੋਸਤੋ ਇਹਨਾਂ ਦੀ ਨੋਮੀਨੇਸ਼ਨ ਤੋਂ 6 ਮਹੀਨੇ ਬਾਅਦ ਇਹਨਾਂ ਦੀ ਮਤਲਬ ਕਿ ਪਾਤਰਤਾ MP ਦੀ ਪੋਸਟ ਦੀ ਰੱਦ ਹੋ ਜਾਏਗੀ। ਠੀਕ ਹੈ ਨਾ, ਤਾਂ ਇਹ ਨੋਮੀਨੇਟਡ MP ਨਹੀਂ ਰਹਿਣਗੇ ਤਾਂ ਇਹਨਾਂ ਦੀ ਪਾਤਰਤਾ ਖਤਮ ਹੋ ਜਾਵੇਗੀ। ਕਿੰਨੇ ਸਮੇਂ ਤੋਂ ਬਾਅਦ? 6 ਮੰਥ ਤੋਂ ਬਾਅਦ। ਠੀਕ ਹੈ ਨਾ, ਯਾਦ ਰੱਖਣਾ। ਇਸ ਸਵਾਲ ਦਾ ਸਹੀ ਆਨਸਰ ਸੀ 6 ਮੰਥ। ਅੱਗੇ ਗੱਲ ਕਰਦੇ ਹਾਂ, ਇਨ ਵਿਚ ਆਫ ਦਾ ਫੋਲੋਇੰਗ ਹਾਊਸ ਆਰ ਦੀ ਸੀਟਸ ਨਾਟ ਰਿਜ਼ਰਵਡ ਫॉर SC ST। ਕਹਿੰਦੇ ਇਹਨਾਂ ਦੇ ਵਿੱਚੋਂ ਕਿਹੜੇ ਹਾਊਸ ਦੀਆਂ ਸੀਟਾਂ ਜਿਹੜੀਆਂ ਰਿਜ਼ਰਵ ਦੀਆਂ ਹੁੰਦੀਆਂ SC ST ਲਈ, ਮਤਲਬ SC ST ਦਾ ਕੋਟਾ ਨਹੀਂ ਮਿਲਦਾ ਕਿਹੜੇ ਹਾਊਸ ਦੇ ਵਿੱਚ? ਤਾਂ ਦੋਸਤੋ, ਵਿਧਾਨ ਪਰਿਸ਼ਦ ਦੇ ਵਿੱਚ SC ST ਦਾ ਕੋਟਾ ਨਹੀਂ ਮਿਲਦਾ।
ਅੱਗੇ ਗੱਲ ਕਰਦੇ ਹਾਂ, ਵਿਚ ਵਨ ਆਫ ਦਾ ਫੋਲੋਇੰਗ ਇਜ਼ ਨਾਟ ਦਾ ਪਾਰਟ ਆਫ ਦਾ ਡਾਇਰੈਕਟਿਵ ਪ੍ਰਿੰਸੀਪਲਸ ਆਫ ਦਾ ਸਟੇਟ ਪਾਲਿਸੀ। ਕਹਿੰਦੇ ਇਹਨਾਂ ਦੇ ਵਿੱਚੋਂ ਨਿਮਨਲਿਖਤ ਦੇ ਵਿੱਚੋਂ ਕਿਹੜਾ ਹੈ ਜਿਹੜਾ ਕਿ ਆਪਣੇ ਸਿਧਾਂਤਾਂ ਦਾ ਡਾਇਰੈਕਟਿਵ ਪ੍ਰਿੰਸੀਪਲਸ ਦਾ ਮਤਲਬ ਕਿ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ ਦਾ ਪਾਰਟ ਨਹੀਂ ਹੈਗਾ। ਤਾਂ ਦੋਸਤੋ ਉਹ ਹੈਗਾ ਰਾਈਟ ਅਗੇਂਸਟ ਐਕਸਪਲੋਟੇਸ਼ਨ, ਮਤਲਬ ਆਪਸ਼ਨ ਡੀ। ਇਹ ਦੋਸਤੋ ਆਪਣਾ ਫੰਡਾਮੈਂਟਲ ਰਾਈਟ ਆ, ਇਹ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਨਹੀਂ ਹੈਗਾ, ਇਹ ਫੰਡਾਮੈਂਟਲ ਰਾਈਟ ਆ, ਯਾਦ ਰੱਖਣਾ ਤੁਸੀਂ, ਠੀਕ ਹੈ ਨਾ। ਅੱਗੇ ਗੱਲ ਕਰਦੇ ਹਾਂ, ਦਾ ਐਸਟੀਮੇਟ ਕਮੇਟੀ ਇਸ ਕੌਂਸਟੀਟਿਊਟਡ। ਕਹਿੰਦੇ ਆਪਣੀ ਐਸਟੀਮੇਟ ਕਮੇਟੀ ਇੱਥੇ ਕੌਂਸਟੀਟਿਊਟ ਹੁੰਦੀ ਹੈ, ਤਾਂ ਆਪਣੀ ਐਸਟੀਮੇਟ ਕਮੇਟੀ ਦੋਸਤੋ ਲੋਕ ਸਭਾ ਦੇ ਵਿੱਚ ਕੌਂਸਟੀਟਿਊਟ ਹੁੰਦੀ ਹੈ, ਠੀਕ ਹੈ ਨਾ। ਐਸਟੀਮੇਟ ਕਮੇਟੀ ਹੈ ਜਿਹੜੀ ਲੋਕ ਸਭਾ ਦੇ ਵਿੱਚ ਕੌਂਸਟੀਟਿਊਟ ਹੁੰਦੀ ਹੈ, ਯਾਦ ਰੱਖਣਾ। ਅੱਗੇ ਗੱਲ ਕਰਦੇ ਹਾਂ, ਤਾਂ ਫਸਟ ਨੈਸ਼ਨਲਾਈਜੇਸ਼ਨ ਆਫ ਬੈਂਕਸ ਇਨ ਇੰਡੀਪੈਂਡੈਂਟ ਇੰਡੀਆ ਵਾਸ ਡਨ ਇਨ ਦਾ ਈਅਰ। ਕਹਿੰਦੇ ਆਪਣੇ ਦੋਸਤੋ ਪਹਿਲਾਂ ਬੈਂਕ ਸਾਰੇ ਪ੍ਰਾਈਵੇਟ ਹੁੰਦੇ ਸੀ ਅਤੇ ਉਹਨਾਂ ਨੂੰ ਨੈਸ਼ਨਲਾਈਜ਼ ਕੀਤਾ ਗਿਆ। ਨੈਸ਼ਨਲਾਈਜ਼ ਉਹ ਕਦੋਂ ਕੀਤੇ ਗਏ ਦੋਸਤੋ? 1969 ਦੇ ਵਿੱਚ ਨੈਸ਼ਨਲਾਈਜ਼ ਕੀਤੇ ਸੀ ਸ਼੍ਰੀਮਤੀ ਇੰਦਰਾ ਗਾਂਧੀ ਨੇ, ਠੀਕ ਆ। ਉਹਨਾਂ ਨੇ ਮਤਲਬ ਕਿ ਇਹਨਾਂ ਨੂੰ 14 ਬੈਂਕ ਨੂੰ ਪਬਲਿਕ ਸੈਕਟਰ ਦੇ ਬੈਂਕ ਬਣਾ ਦਿੱਤਾ ਸੀ, ਠੀਕ ਹੈ ਨਾ, 1969 ਦੇ ਵਿੱਚ, ਯਾਦ ਰੱਖਣਾ, ਬਹੁਤ ਹੀ ਇੰਪੋਰਟੈਂਟ ਕੁਐਸਚਨ ਆ। ਅੱਗੇ ਗੱਲ ਕਰਦੇ ਹਾਂ, ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ ਅੰਡਰਲਾਈਨ ਦੀ ਫਿਲਾਸਫੀ ਆਫ। ਕਹਿੰਦੇ ਜਿਹੜੇ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ ਯਾਨੀ ਕਿ ਜਿਹੜੇ ਸਿਧਾਂਤ ਆ ਸਟੇਟ ਪਾਲਿਸੀ ਦੇ, ਇਹ ਕਿਹੜੇ ਕਿਆ ਫਿਲਾਸਫੀ ਫੋਲੋ ਕਰਦੇ ਆ? ਤਾਂ ਦੋਸਤੋ ਇਹ ਸੋਸ਼ਲਿਜ਼ਮ ਦੀ ਪਾਲਿਸੀ ਫੋਲੋ ਕਰਦੇ ਆ, ਮਤਲਬ ਕਿ ਸਮਾਜਿਕ ਮਤਲਬ ਕਿ ਸਮਾਜਿਕਤਾ ਨਾਲ ਜੁੜੇ ਹੋਏ ਆ, ਠੀਕ ਹੈ ਨਾ, ਸੋਸ਼ਲਿਜ਼ਮ ਨਾਲ ਜੁੜੇ ਹੋਏ ਆ ਇਹ ਸਾਰੇ ਸਿਧਾਂਤ, ਠੀਕ ਹੈ ਨਾ, ਜੋ ਆਪਣੇ ਸੰਵਿਧਾਨ ਦੇ ਵਿੱਚ ਦਿੱਤੇ ਹੋਏ ਆ। ਅੱਗੇ ਗੱਲ ਕਰਦੇ ਹਾਂ, ਰਿਟ ਵਿਚ ਇਸ ਦੀ ਫਾਰਮ ਆਫ ਕਮਾਂਡ ਇਸ। ਕਹਿੰਦੇ ਇੱਕ ਰਿਟ ਜਿਹੜੀ ਹਾਈ ਕੋਰਟ ਦੇ ਵਿੱਚ ਆਪਣੀ ਰਿਟ ਹੁੰਦੀ ਆ, 4-5 ਤਰ੍ਹਾਂ ਦੀ ਰਿਟ ਆ, ਕਿਊ ਬਰੰਟੋ, ਮੈਂਡਾਮਸ, ਪ੍ਰੋਹੀਬਿਸ਼ਨ ਆ, ਸਰਸਰੀ, ਇਹ 4 ਤਰ੍ਹਾਂ ਦੀ ਰਿਟ ਆ ਦੋਸਤੋ। ਅਤੇ ਚਾਰਾਂ ਦੇ ਵਿੱਚੋਂ ਇਹ ਉਹ ਰਿਟ ਦੱਸਣੀ ਹੈ ਜਿਹੜੀ ਕਮਾਂਡ ਦਿੰਦੀ ਆ, ਠੀਕ ਹੈ ਨਾ, ਕਮਾਂਡ ਦਿੰਦੀ ਹੈ, ਤਾਂ ਉਹ ਦੋਸਤੋ ਹੈਗੀ ਆ ਮੈਂਡਾਮਸ, ਯਾਦ ਰੱਖਣਾ, ਮੈਂਡਾਮਸ ਦੇ ਥਰੂ ਕਮਾਂਡ ਮਿਲਦੀ ਹੈ, ਠੀਕ ਹੈ ਨਾ। ਅੱਗੇ ਗੱਲ ਕਰਦੇ ਹਾਂ, ਵਿਚ ਵਨ ਆਫ ਦਾ ਫੋਲੋਇੰਗ ਪੋਲੀਟੀਕਲ ਪਾਰਟੀਜ਼ ਇਜ਼ ਓਲਡਰ ਦੈਨ ਦੀ ਅਦਰ 3। ਕਹਿੰਦੇ ਇਹਨਾਂ ਚਾਰਾਂ ਦੇ ਵਿੱਚੋਂ ਕਿਹੜੀ ਪਾਰਟੀ ਹੈ ਜਿਹੜੀ ਓਲਡਰ ਆ ਬਾਕੀ ਤਿੰਨਾਂ ਚੋਂ? ਤਾਂ ਦੋਸਤੋ ਸਭ ਨੂੰ ਜ਼ਿਆਦਾ ਮਤਲਬ ਕਿ ਪੁਰਾਣੀ ਪਾਰਟੀ ਪੁੱਛੇ ਗਏ ਇਹਨਾਂ ਚੋਂ ਚਾਰਾਂ ਚੋਂ ਕਿਹੜੀ ਆ? ਉਹ DMK ਆ। DMK ਸਾਰਿਆਂ ਨਾਲੋਂ ਪੁਰਾਣੀ ਪਾਰਟੀ ਆ, ਠੀਕ ਹੈ ਨਾ, ਯਾਦ ਰੱਖਣਾ। ਦੀ ਫਸਟ ਮਿਨੋਰਟੀ ਗਵਰਨਮੈਂਟ ਫਾਰਮਡ ਇਨ ਇੰਡੀਆ ਵਾਸ ਹੈਡਡ ਬਾਏ। ਕਹਿੰਦੇ ਪਹਿਲੀ ਮਿਨੋਰਟੀ ਗਵਰਨਮੈਂਟ ਹੈ ਜਿਹੜੀ ਇੰਡੀਆ ਦੇ ਵਿੱਚ, ਉਹ ਕਿਸ ਦੁਆਰਾ ਹੈਡ ਕੀਤੀ ਗਈ ਸੀ? ਤਾਂ ਮਿਨੋਰਟੀ ਗਵਰਨਮੈਂਟ ਦੋਸਤੋ BP ਸਿੰਘ ਦੁਆਰਾ ਹੈਡਡ ਕੀਤੀ ਗਈ ਸੀ, ਯਾਦ ਰੱਖਣਾ। ਅੱਗੇ ਗੱਲ ਕਰਦੇ ਹਾਂ ਦੋਸਤੋ, ਆਰਟੀਕਲ 1 ਆਫ ਦਾ ਕੌਂਸਟੀਟਿਊਸ਼ਨ ਡਿਕਲੇਅਰਸ ਇੰਡੀਆ ਟੂ ਬੀ ਦਾ। ਕਹਿੰਦੇ ਆਰਟੀਕਲ ਪਹਿਲਾ ਜਿਹੜਾ ਆਪਣੇ ਸੰਵਿਧਾਨ ਦਾ, ਉਹ ਕਿਆ ਸਟੇਟ ਕਰਦਾ, ਕਿਆ ਦੱਸਦਾ? ਉਹਦੇ ਵਿੱਚ ਦੋਸਤੋ ਆਪਣਾ ਭਾਰਤ ਇਸ ਦਾ ਯੂਨੀਅਨ ਆਫ ਸਟੇਟਸ, ਆਪਣਾ ਇੰਡੀਆ ਜਿਹੜਾ ਉਹ ਮਤਲਬ ਕਿ ਦੱਸਿਆ ਗਿਆ ਵੀ ਸਟੇਟਸ ਦਾ ਇਕੱਠ ਆ, ਪੂਰੀਆਂ ਜਿਵੇਂ ਆਪਣੇ 28 ਸਟੇਟਸ ਇਹਨਾਂ ਦਾ ਇਕੱਠ ਆ ਆਪਣਾ ਭਾਰਤ, ਠੀਕ ਹੈ ਨਾ। ਅੱਗੇ ਗੱਲ ਕਰਦੇ ਹਾਂ, ਵਿੱਚ ਕੌਂਸਟੀਟਿਊਸ਼ਨਲ ਅਮੈਂਡਮੈਂਟ ਮੇਡ ਚੇਂਜਿਸ ਇਨ ਦੀ ਪ੍ਰੈਂਬਲ ਟੂ ਦੀ ਇੰਡੀਅਨ ਕੌਂਸਟੀਟਿਊਸ਼ਨ। ਕਹਿੰਦੇ ਕਿਹੜੇ ਅਮੈਂਡਮੈਂਟ ਨੇ, ਸੰਵਿਧਾਨ ਦੇ ਕਿਹੜੇ ਅਮੈਂਡਮੈਂਟ ਨੇ, ਮਤਲਬ ਸੰਵਿਧਾਨ ਦੇ ਕਿਹੜੇ ਸੰਸ਼ੋਧਨ ਨੇ, ਠੀਕ ਹੈ, ਆਪਣੇ ਸੰਵਿਧਾਨ ਦੀ ਪ੍ਰੈਂਬਲ ਜੋ ਕਿ ਫਸਟ ਪਾਰਟ ਆਪਣਾ ਮਤਲਬ ਸਟਾਰਟਿੰਗ ਦੇ ਵਿੱਚ ਆਉਂਦੀ ਹੈ ਪ੍ਰੈਂਬਲ ਆਪਣੇ ਸੰਵਿਧਾਨ ਦੇ, ਉਹਦੇ ਵਿੱਚ ਅਮੈਂਡਮੈਂਟ ਕੀਤੀ ਸੀ। ਉਹ ਦੋਸਤੋ 42ਵਾਂ ਅਮੈਂਡਮੈਂਟ ਸੀ। 42ਵੇਂ ਅਮੈਂਡਮੈਂਟ ਨੇ ਆਪਣੇ ਸੰਵਿਧਾਨ ਦੀ ਪ੍ਰੈਂਬਲ ਨੂੰ ਵੀ ਅਮੈਂਡ ਕੀਤਾ ਸੀ, ਠੀਕ ਹੈ ਨਾ। ਉਹਦੇ ਵਿੱਚ 42ਵੇਂ ਅਮੈਂਡਮੈਂਟ 'ਚ ਜਾ ਕੇ ਪ੍ਰੈਂਬਲ ਅਮੈਂਡ ਹੋਈ ਸੀ। ਅੱਗੇ ਗੱਲ ਕਰਦੇ ਹਾਂ, ਹੂ ਵਾਸ ਦੀ ਫਸਟ ਸਪੀਕਰ ਆਫ ਲੋਕ ਸਭਾ। ਦੋਸਤੋ ਬਹੁਤ ਹੀ ਇੰਪੋਰਟੈਂਟ ਕੁਐਸਚਨ ਆ। GB ਮਵਲੰਕਰ। GB ਮਵਲੰਕਰ ਆਪਣੇ ਪਹਿਲੇ ਸਪੀਕਰ ਸੀ ਲੋਕ ਸਭਾ ਦੇ, ਠੀਕ ਹੈ ਨਾ, ਯਾਦ ਰੱਖਣਾ। ਹੂ ਵਾਸ ਦੀ ਫਸਟ ਪਰਸਨ ਟੂ ਬਿਕਮ ਦਾ ਪ੍ਰਾਈਮ ਮਿਨਿਸਟਰ ਆਫ ਇੰਡੀਆ ਵਿਦਾਊਟ ਬੀਇੰਗ ਦੀ ਮੈਂਬਰ ਆਫ ਦਾ ਲੋਕ ਸਭਾ। ਕਹਿੰਦੇ ਉਸ ਪ੍ਰਧਾਨ ਮੰਤਰੀ ਦਾ, ਉਸ ਪਹਿਲੇ ਪ੍ਰਧਾਨ ਮੰਤਰੀ ਦਾ ਨਾਮ ਦੱਸੋ ਜਿਹੜੇ ਕਿ ਲੋਕ ਸਭਾ ਦੇ ਮੈਂਬਰ ਵੀ ਨਹੀਂ ਸੀ ਜਦ ਕਿ ਉਹ ਸਿੱਧੇ ਪ੍ਰਧਾਨ ਮੰਤਰੀ ਬਣ ਗਏ। ਤਾਂ ਦੋਸਤੋ ਉਹ ਸੀ ਇੰਦਰਾ ਗਾਂਧੀ ਜੀ। ਇੰਦਰਾ ਗਾਂਧੀ ਜੀ ਪਹਿਲਾਂ ਕੋਈ ਵੀ ਉਹ ਮਤਲਬ ਕਿ ਲੋਕ ਸਭਾ ਦੇ ਮੈਂਬਰ ਨਹੀਂ ਸੀ ਰਹੇ, ਡਾਇਰੈਕਟ ਉਹ ਪ੍ਰਧਾਨ ਮੰਤਰੀ ਬਣੇ ਸੀ ਦੇਸ਼ ਦੇ। ਅੱਗੇ ਗੱਲ ਕਰਦੇ ਹਾਂ, ਡਾਕਟਰ ਰਜਿੰਦਰ ਪ੍ਰਸਾਦ ਹੈਲਡ ਦੀ ਆਫਿਸ ਆਫ ਦੀ ਪ੍ਰੈਜ਼ੀਡੈਂਟ ਆਫ ਇੰਡੀਆ ਫॉर ਦਾ ਪੀਰੀਅਡ ਆਫ। ਕਹਿੰਦੇ ਡਾਕਟਰ ਰਜਿੰਦਰ ਪ੍ਰਸਾਦ ਨੇ ਪ੍ਰੈਜ਼ੀਡੈਂਟ ਮਤਲਬ ਕਿ ਰਾਸ਼ਟਰਪਤੀ, ਭਾਰਤੀ ਰਾਸ਼ਟਰਪਤੀ ਦਾ ਅਹੁਦਾ ਕਿੰਨੇ ਸਮੇਂ ਲਈ ਸੰਭਾਲਿਆ ਸੀ? ਕਿੰਨੇ ਸਮੇਂ ਰਹੀ ਉਹ ਰਾਸ਼ਟਰਪਤੀ ਦੇ ਅਹੁਦੇ 'ਤੇ ਰਹੇ ਸੀ? ਤਾਂ ਦੋਸਤੋ 12 ਸਾਲ ਲਈ, ਠੀਕ ਹੈ ਨਾ, ਯਾਦ ਰੱਖਣਾ। ਸਭ ਤੋਂ ਮੇਰੇ ਖਿਆਲ 'ਚ ਲੰਬਾ ਸਮਾਂ ਸੀ ਇਹ, ਯਾਦ ਰੱਖਣਾ 12 ਸਾਲ, ਤੁਸੀਂ ਯਾਦ ਰੱਖਣਾ ਇਹ ਸਵਾਲ।
ਦੀ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਇਜ਼ ਇਲੈਕਟਡ ਬਾਏ, ਕਹਿੰਦੇ ਆਪਣੇ ਭਾਰਤ ਦੇ ਉਪ ਰਾਸ਼ਟਰਪਤੀ ਕਿਸ ਦੁਆਰਾ ਇਲੈਕਟ ਕੀਤੇ ਜਾਂਦੇ ਆ, ਉਹ ਇਲੈਕਟ ਕੀਤੇ ਜਾਂਦੇ ਆ ਮੈਂਬਰ ਆਫ ਦਾ ਬੋਥ ਹਾਊਸ ਆਫ ਦਾ ਪਾਰਲੀਮੈਂਟ। ਆਪਣੇ ਬੋਥ ਹਾਊਸ, ਆਪਣੇ ਹਾਊਸ ਦੇ ਵਿੱਚ ਮਤਲਬ ਪਾਰਲੀਮੈਂਟ ਦੇ ਵਿੱਚ ਦੋ ਹਾਊਸ ਆ ਕਿਹੜੇ ਆ, ਇੱਕ ਤਾਂ ਲੋਕ ਸਭਾ, ਇੱਕ ਰਾਜ ਸਭਾ। ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰਸ ਮਿਲ ਕੇ ਵਾਈਸ ਪ੍ਰੈਜ਼ੀਡੈਂਟ ਨੂੰ ਇਲੈਕਟ ਕਰਦੇ ਆ, ਮਤਲਬ ਕਿ ਉਪ ਰਾਸ਼ਟਰਪਤੀ ਨੂੰ ਦਾ ਚੋਣ ਕਰਦੇ ਆ ਆਪਣੇ ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰ ਆਫ ਪਾਰਲੀਮੈਂਟ ਮਿਲ ਕੇ, ਠੀਕ ਹੈ ਨਾ। ਅੱਗੇ ਆ ਗਿਆ, ਦਾ ਆਈਡੀਆ ਆਫ ਦੀ ਕੌਨਕੂਰੈਂਟ ਲਿਸਟ ਇਜ਼ ਬੋਰੋਡ ਫਰੋਮ ਦੀ ਕੌਨਸਟੀਟਿਊਸ਼ਨ ਆਫ, ਕਹਿੰਦੇ ਆਪਣੇ ਭਾਰਤੀ ਸੰਵਿਧਾਨ ਦੇ ਵਿੱਚ ਕੌਨਕੂਰੈਂਟ ਲਿਸਟ ਆ ਜਿਹੜੀ, ਤਿੰਨ ਲਿਸਟਾਂ ਤੁਹਾਨੂੰ ਪਤਾ, ਸਟੇਟ ਲਿਸਟ ਆ, ਯੂਨੀਅਨ ਲਿਸਟ ਆ ਤੇ ਕੌਨਕੂਰੈਂਟ ਲਿਸਟ ਆ। ਸਟੇਟ ਲਿਸਟ ਉਹ ਹੁੰਦੀ ਆ ਜਿਹਦੇ ਉੱਤੇ ਸਟੇਟ ਆਪਣੇ ਸਾਰੇ ਬਿੱਲ ਪਾਸ ਕਰਦੀ ਆ, ਬਿੱਲ ਬਣਾਉਂਦੀ ਆ, ਤੇ ਯੂਨੀਅਨ ਲਿਸਟ ਉਹ ਹੁੰਦੀ ਹੈ ਜਿਹਦੇ ਸੈਂਟਰ ਆਪਣੇ ਸਾਰੇ ਕਾਨੂੰਨ ਬਣਾਉਂਦਾ, ਸੈਂਟਰ ਬਿੱਲ ਬਣਾਉਂਦਾ, ਸੈਂਟਰ ਚੇਂਜ ਕਰਦਾ ਉਹ 'ਚ। ਤੇ ਕੌਨਕੂਰੈਂਟ ਲਿਸਟ ਉਹ ਹੁੰਦੀ ਹੈ ਜਿਸ ਦੇ ਵਿੱਚ ਸਟੇਟ ਦਾ ਵੀ ਹੱਕ ਹੁੰਦਾ, ਮਤਲਬ ਕਿ ਰਾਜ ਦਾ ਵੀ ਹੱਕ ਹੁੰਦਾ ਤੇ ਸੈਂਟਰ ਦਾ, ਕੇਂਦਰ ਦਾ ਵੀ ਹੱਕ ਹੁੰਦਾ, ਦੋਨੋਂ ਇਸ ਲਿਸਟ ਦੇ ਵਿੱਚ ਚੇਂਜਿਸ ਕਰ ਸਕਦੇ ਆ। ਤਾਂ ਦੋਸਤੋ ਇਹ ਕੌਨਕੂਰੈਂਟ ਲਿਸਟ ਲਈ ਕਿੱਥੋਂ ਗਈ ਹੈ? ਕੌਨਕੂਰੈਂਟ ਲਿਸਟ ਆਸਟ੍ਰੇਲੀਆ ਦੇ ਸੰਵਿਧਾਨ ਦੇ ਵਿੱਚੋਂ ਲਈ ਗਈ ਆ, ਠੀਕ ਹੈ ਨਾ। ਆਪਣੇ ਸੰਵਿਧਾਨ ਦੇ ਵਿੱਚ ਆਸਟ੍ਰੇਲੀਆ ਦੇ ਸੰਵਿਧਾਨ 'ਚੋਂ ਮਤਲਬ ਕਿ ਇਹ ਪੈਟਰਨ ਫੋਲੋ ਕੀਤਾ ਗਿਆ। ਦੋਸਤੋ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ। ਮੈਂ ਅੱਗੇ ਵੀ ਤੁਹਾਡੇ ਨਾਲ ਇੱਦਾਂ ਦੀਆਂ ਵੀਡੀਓ ਲੈ ਕੇ ਆਉਂਦਾ ਰਹਾਂਗਾ। ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਲਾਈਕ ਕਰ ਦਿਓ ਅਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ। ਧੰਨਵਾਦ ਦੋਸਤੋ।